ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ 17ਵਾਂ ਕਾਂਡ। ਕਈ ਦਿਨ ਇੱਕ ਸੁਖਾਵਾਂ ਜਿਹਾ ਭਰਮ ਰਹਿੰਦਾ ਹੈ, ਕੋਈ ਪਿੰਡ ਆਉਣ ਵਾਲਾ ਹੈ ਜੋ ਬਿਲਕੁਲ ਤਲਵੰਡੀ ਵਰਗਾ ਹੋਏਗਾ। ਪਰ ਅਜੇ ਤਾਂ ਤਲਵੰਡੀ ਦਾ ਪੀਤਿਆ ਪਾਣੀ ਢਿੱਡ 'ਚ ਛਲਕ ਰਿਹਾ ਸੀ। ਕੁਝ ਚਿਹਰੇ ਅਜਿਹੇ ਮਿਲੇ ਜੋ ਹਾਲੇ ਪਛਾਣ ਰਹੇ ਸਨ, ਬੁਲਾਉਣ ਲਈ ਤਿਆਰ ਵੀ ਸਨ। ਅਜਨਬੀ ਬਣੇ ਰਹਿਣ ਲਈ ਰਾਜ਼ੀ ਨਹੀਂ ਸਨ। ਅਜਿਹਾ ਕਰਦੇ ਉਹ ਬੜੇ ਮਾਸੂਮ ਲੱਗਦੇ। ਉਹਨਾਂ ਨੂੰ ਪਤਾ ਸੀ ਕਿ ਪੜਾਵਾਂ ਵਾਂਗ ਹੌਲੀ ਚਿਹਰੇ ਵੀ ਭੁੱਲ ਜਾਣੇ ਨੇ। ਉਹ ਆਪਣੇ ਆਪ ਨੂੰ ਵਰਜਦਾ ਵੀ ਕਿਤੇ ਉਹਨੇ ਲੋੜ ਤੋਂ ਜ਼ਿਆਦਾ ਤਲਵੰਡੀ ਦੀਆਂ ਧੁਨਾਂ ਤਾਂ ਨਹੀਂ ਸੁਣ ਲਈਆਂ। ਛੋਟੀਆਂ ਗੱਲਾਂ ਦੁਹਰਾਉਣ ਨੂੰ ਜੀ ਕਰ ਰਿਹਾ ਸੀ। ਰਬਾਬ ਦਾ ਉਹ ਹਿੱਸਾ ਜੋ ਆਪ ਨਹੀਂ ਵੱਜਦਾ ਪਰ ਵੱਜਣ ਵਾਲੇ ਨੂੰ ਸਾਂਭਦਾ ਹੈ, ਕਈ ਵਾਰੀ ਟੋਇਆ। ਕਦੇ ਸਰੀਰ ਨੂੰ ਵੀ ਇਸ ਤਰ੍ਹਾਂ ਪਲੋਸ ਲੈਣਾ ਚਾਹੀਦਾ ਹੈ। ਕਿੰਨਾ ਕੁਝ ਅੰਦਰ ਵੱਜ ਰਿਹਾ ਹੈ, ਵੱਜਣ ਦੇ ਰਿਹਾ ਹੈ। ਸਰੀਰ ਨੂੰ ਵੀ ਤਾਂ ਕਈ ਕੁਝ ਸਾਂਭਣਾ ਪੈਂਦਾ ਹੈ। ਸ਼ਾਇਦ ਇਸੇ ਲਈ ਤੁਰਨ ਤੋਂ ਪਹਿਲਾਂ ਅੰਮੀ ਦੇ ਕਹੇ ਲਫ਼ਜ਼ ਸੁਣੇ ਸਨ। ਪੁੱਤ ਕਿੱਥੇ ਤੱਕ ਪਹੁੰਚ ਗਏ ਤੁਸੀਂ? ਕਿਉਂ ਅੰਮੀ? ਮੁੜ ਕੇ ਵੀ ਤਾਂ ਆਉਣਾ ਪੁੱਤ। ਪਹੁੰਚ ਕੇ ਤਾਂ ਕੋਈ ਮੁੜਿਆ ਹੀ ਨਹੀਂ ਅੰਮੀ। ਅੱਲਾ ਕਰੇ ਤੁਸੀਂ ਪਹਿਲਾਂ ਹੀ ਮੁੜ ਆਓ। ਉਹ ਪੰਡੋਕਲੀ ਚੁੱਕ ਅੱਗੇ ਚੱਲ ਪਈ ਸੀ ਤੇ ਸ਼ਾਇਦ ਅੰਮੀ ਨੂੰ ਜਾਪਿਆ ਹੋਵੇ ਜਿੰਨੀ ਛੇਤੀ ਛੱਡ ਆਵਾਂ ਉਨੀ ਛੇਤੀ ਮੁੜ ਆਉਣਗੇ। ਛਾਂ ਵਾਲੇ ਪਾਸਿਓਂ ਹਾਲੇ ਉਸ ਨਹੀਂ ਸੀ ਸੁੱਕੀ। ਪੱਕੀਆਂ ਫਸਲਾਂ ਦੇ ਖੜਾਕੇ ਨੇ ਉਸ ਕਦੋਂ ਦੀ ਚੂਸ ਲਈ ਸੀ। ਵੇਖੋ ਹਾੜੀ ਸਿਰ ਤੇ ਖੜੀ ਹੈ। ਇਹ ਕਿਹੋ ਜਿਹੇ ਜਵਾਨ ਸਾਧ ਬਣੀ ਫਿਰਦੇ ਨੇ। ਥੋੜਾ ਹੋਰ ਉਡੀਕ ਲੈਂਦੇ। ਅੱਛਾ ਡੋਮੋ ਦੋਵੇਂ ਹੀ ਹੋ? ਨਹੀਂ ਤਿੰਨੋਂ। ਮਰਦਾਨੇ ਨੇ ਦੋਵਾਂ ਕਿਸਾਨਾਂ ਵੱਲ ਵੇਖਿਆ। ਪਰ ਤੀਜਾ ਕਿੱਥੇ ਹੈ? ਉਹ ਹਾਲੇ ਮੈਨੂੰ ਵੀ ਨਹੀਂ ਦਿਸਿਆ। ਦੇਖ ਓਏ, ਮਰਾਸੀ ਟਿੱਚਰ ਘਰ ਗਿਆ। ਹੱਸਦੇ ਉਹ ਦੋਵੇਂ ਪੱਕੀ ਖੜੀ ਫਸਲ ਵੱਲ ਮੁੜ ਗਏ। ਇੱਕ ਵਾਰ ਮਰਦਾਨੇ ਨੇ ਵੀ ਪੱਕੀ ਖੜੀ ਫਸਲ ਵੱਲ ਝਾਤੀ ਮਾਰੀ। ਖੇਤਾਂ 'ਚ ਖੜੇ ਟਾਵੇਂ ਦਰਖਤਾਂ ਤੇ ਲਟਕਦੇ ਮਮੋਲਿਆਂ ਦੇ ਆਲ੍ਹਣੇ ਦਿਸੇ। ਜਦ ਵੀ ਇਸ ਤਰ੍ਹਾਂ ਮਮੋਲਿਆਂ ਦੇ ਆਲ੍ਹਣੇ ਦਿਸਦੇ ਨੇ, ਜੀ ਕਰਦਾ ਕੁਝ ਦੇਰ ਲਈ ਉਹਨਾਂ ਦਰਖਤਾਂ ਥੱਲੇ ਬੈਠਿਆ ਜਾਵੇ। ਇਹਨਾਂ ਨੰਨੇ ਪੰਛੀਆਂ ਨੂੰ ਨਿਮਰਤਾ ਦਾ ਕੋਈ ਸੱਦਾ ਤਾਂ ਆਇਆ ਹੀ ਹੋਏਗਾ, ਨਹੀਂ ਕੌਣ ਆਪਣੇ ਉੱਤੇ ਘਰ ਬਣਾਉਣ ਦਿੰਦਾ ਹੈ। ਤੁਰਦੇ ਮਰਦਾਨੇ ਨੇ ਅਜਿਹੇ ਕਈ ਦਰਖਤਾਂ ਦੇ ਤਣਿਆਂ ਨੂੰ ਛੋਹਿਆ। ਅਜੀਬ ਗੱਲ ਹੈ, ਦੋ ਤਖਾਣ ਯਾਰ ਮਿਲੇ, ਲਾਲੋ ਤੇ ਫਰੰਦਾ। ਦੋਵਾਂ ਨੂੰ ਮਿਲ ਕੇ ਖੜੀ ਬਨਸਪਤੀ ਨੂੰ ਗਲਵੱਕੜੀ ਪਾਉਣ ਨੂੰ ਜੀ ਮਚਲ ਉੱਠਦਾ ਹੈ। ਅਜਿਹੇ ਵੇਲੇ ਉਹਦਾ ਰਬਾਬ ਵਜਾਉਣ ਨੂੰ ਜੀ ਕਰਦਾ। ਪਰ ਅੱਗੇ ਬਾਬਾ ਟੁਰ ਰਿਹਾ ਸੀ। ਸ਼ਾਇਦ ਬੋਲ ਕੇ ਪੁੱਛਣਾ ਜ਼ਿਆਦਾ ਪਾਉਂਦਾ। ਉਂਝ ਉਹਨੂੰ ਪਤਾ ਸੀ ਕਿ ਹੈਂ ਬਾਬਾ ਕਹਿਣਾ ਤੇ ਰਬਾਬ ਵਜਾਉਣੀ ਦੋਵਾਂ 'ਚ ਇੱਕੋ ਜਿੰਨਾ ਸਰੂਰ ਸੀ। ਛੋਟੀ ਉਡਾਰੀ ਵਾਲੇ ਪੰਛੀ ਆਪਣੀ ਉਡਾਣ ਮੁਕਾ ਦਰਖਤਾਂ ਤੇ ਬੈਠਣ ਲੱਗੇ ਸਨ। ਵਿੱਥਾਂ ਵਿਚਲਾ ਕੇਵਾ ਹੁਣ ਬਹੁਤ ਘਟ ਗਿਆ ਸੀ। ਉਂਝ ਵੀ ਤਲਵੰਡੀ ਹੁਣ 3 ਪੈਰ ਪਿੱਛੇ ਰਹਿ ਗਿਆ ਸੀ। ਪਰ ਯਾਦਾਂ ਸਾਂਭਣੀਆਂ ਸੌਖੀਆਂ ਨਹੀਂ ਸਨ। ਆਪਣੀ ਜਗ੍ਹਾ ਕਿਸੇ ਹੋਰ ਨੂੰ ਬਿਠਾ ਯਾਦਾਂ ਨੂੰ ਕਿਸੇ ਹੋਰ ਨੂੰ ਢੂੰਡਣ ਲੱਗ ਜਾਂਦੀਆਂ ਨੇ। ਹਾਂ, ਆਖਰੀ ਰਾਤ ਨੂੰ ਪਿੰਜੇ ਦੀ ਟੁਣਕਾਰ ਨਹੀਂ ਸੀ ਸੁਣੀ। ਇਸ ਵਾਰੀ ਰਾਏ ਬੁਲਾਰ ਦੀਆਂ ਅੱਖਾਂ ਪਹਿਲਾਂ ਨਾਲੋਂ ਜ਼ਿਆਦਾ ਉੱਚਾਈ ਤੱਕਦੀਆਂ ਦਿਸਦੀਆਂ। ਮਰਦਾਨੇ ਨੇ ਸਹਿਮਤੀ 'ਚ ਸਿਰ ਹਿਲਾਇਆ। ਅਜਿਹੀਆਂ ਯਾਦਾਂ ਬੇਸ਼ੱਕ ਆਉਂਦੀਆਂ ਰਹਿਣ। ਇੱਕ ਵੱਡਾ ਕਸਬਾ ਪਿੱਛੇ ਰਹਿ ਗਿਆ ਸੀ। ਚਹਿਲ ਕਦਮੀ ਨਾਲ ਭਰੇ ਰਾਹਾਂ 'ਚ ਵੀਰਾਨਗੀ ਜੀ ਨਜ਼ਰ ਆਉਣ ਲੱਗ ਪਈ। ਅੱਗੇ ਟਾਵੇਂ ਦੂਰ ਤੱਕ ਖਿਲਰੇ ਘਰ ਨਜ਼ਰ ਆਉਣ ਲੱਗੇ। ਉਹਨਾਂ ਵਿਚਕਾਰ ਗੁੱਛੇ ਵਾਂਗ ਇਕੱਠੇ ਦਰਖਤਾਂ ਦੇ ਝੁੰਡ ਦਿਸਦੇ। ਸ਼ਾਇਦ ਇਹੋ ਹੀ ਇੱਕ ਘਰ ਤੋਂ ਦੂਜੇ ਘਰ ਤੱਕ ਦੀ ਦੀਵਾਰ ਸੀ। ਥੋੜ੍ਹੀ ਦੇਰ ਪਹਿਲਾਂ ਕੁਮੰਤਰੂ ਟੋਲੇ ਦਾ ਇੱਕ ਝੁੰਡ ਰਾਹੀਆਂ ਨੂੰ ਕੁਝ ਕਹਿ ਅੱਗੇ ਲੰਘ ਗਿਆ। ਆਮ ਰਾਹੀਆਂ ਲਈ ਇਹ ਆਮ ਗੱਲ ਸੀ, ਪਰ ਅਜਨਬੀ ਚਿਹਰੇ ਹੈਰਾਨੀ ਨਾਲ ਵੇਖਦੇ। ਸਾਧਾਂ ਦੇ ਇੱਕ ਵੱਡੇ ਜਥੇ ਨੂੰ ਛੇੜਦੀਆਂ ਉਹ ਬਿਲਕੁਲ ਉਹਨਾਂ ਦੇ ਬਰਾਬਰ ਜਾ ਪਹੁੰਚੀਆਂ। ਨਾ, ਇਹ ਮੁਲਤਾਨੀ ਘੋੜੀਆਂ ਕਿੱਧਰ ਚੱਲੀਆਂ? ਲੋਧੀਆਂ ਦੇ ਘੋੜਿਆਂ ਕੋਲ। ਕਿਉਂ ਜਾਣਾ? ਉੱਚੀ ਹੱਸਦੀਆਂ ਮੱਥੇ ਉੱਪਰ ਹੱਥ ਘੁਮਾ ਪੁੱਠਾ ਹੱਥ ਚੁੰਮਣ ਲੱਗਦੀਆਂ। ਪੁੱਛਣ ਵਾਲਾ ਨੌਜਵਾਨ ਸਾਧ ਵਾਪਸ ਆਪਣੀ ਟੋਲੀ ਅੰਦਰ ਚਲਾ ਗਿਆ। ਤੁਰਦੇ ਬਾਬਾ ਤੇ ਮਰਦਾਨਾ ਵੀ ਉਹਨਾਂ ਦੇ ਨੇੜੇ ਪਹੁੰਚ ਗਏ ਸਨ। ਕੁਮੰਤਰੂ ਟੋਲਾ ਅਗਲਾ ਸਵਾਲ ਪੁੱਛ ਰਿਹਾ ਸੀ। ਸਾਧੂ, ਤੁਸੀਂ ਲੰਗੂਰ ਕਿਉਂ ਫੜਿਆ? ਅੱਗੇ ਬਾਂਦਰ ਬਹੁਤ ਨੇ। ਸਾਧ ਨੇ ਲੰਗੂਰ ਵਾਲਾ ਰੱਸਾ ਢਿੱਲਾ ਛੱਡਿਆ। ਪਰ ਜੇ ਲੰਗੂਰ ਤੇ ਬਾਘ ਪੈ ਗਿਆ? ਉਹ ਹੋਰ ਨੇੜੇ ਹੋਈਆਂ। ਬੁੱਢੇ ਸਾਧ ਨੇ ਲੰਗੂਰ ਦੀ ਰੱਸੀ ਜ਼ੋਰ ਦੀ ਖਿੱਚੀ। ਉਹਨੇ ਲੰਗੂਰ ਨੂੰ ਛੱਡਣ ਵਾਂਗ ਉਹਦੀ ਗਲ ਨੂੰ ਹੱਥ ਵੀ ਪਾਇਆ। ਮੁੜ ਕੇ ਸਵਾਲ ਮਤ ਕਰਨਾ, ਲੰਗੂਰ ਛੱਡ ਦੇਵਾਂਗਾ। ਮੁੜ ਕੇ ਇਹ ਸਰੀਰ ਧੰਦੇ ਜੋਗਾ ਵੀ ਨਹੀਂ ਰਹਿਣਾ, ਸਮਝੀਆਂ? ਇਸ ਵਾਰੀ ਉਹਨਾਂ 'ਚੋਂ ਸਿਰਫ ਇੱਕ ਨੌਜਵਾਨ ਕੁੜੀ ਅੱਗੇ ਆਈ। ਅਸੀਂ ਤਾਂ ਫਕੀਰ ਸਮਝ ਕੇ ਪੁੱਛਿਆ ਸੀ, ਤੁਸੀਂ ਤਾਂ ਤਿਆਗੀ ਨਿਕਲੇ। ਉਹ ਕਿਵੇਂ? ਫਕੀਰ ਨਿਮਰ, ਤਿਆਗੀ ਕਰੋਧੀ। ਥੋੜ੍ਹੀ ਦੇਰ ਲਈ ਦੋਵਾਂ ਪਾਸਿਆਂ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ। ਫਿਰ ਚੱਲੀ ਹੰਸਾਂ ਦੀ ਜੋੜੀ। ਉਹੀ ਆਵਾਜ਼ ਫੇਰ ਸੁਣੀ। ਅਜਿਹੀਆਂ ਆਵਾਜ਼ਾਂ ਕਈ ਮਹੀਨੇ ਬਾਅਦ ਸੁਣਦੀਆਂ ਨੇ।
ਪਤਾ ਨਹੀਂ ਲੱਗਦਾ ਜੋ ਕੁਝ ਬਾਬੇ ਨੇ ਕਹਿਣਾ ਹੁੰਦਾ ਉਹ ਕਿਸੇ ਹੋਰ ਤੋਂ ਕਿਵੇਂ ਅਖਵਾ ਦਿੰਦਾ ਹੈ। ਅਜਿਹੇ ਵੇਲੇ ਮਹਿਕ ਝਿਰਦੇ ਪ੍ਰਸ਼ਨ ਸੁਗੰਧੀਆਂ ਦਾ ਉੱਤਰ ਦਿੰਦੇ ਸੁਣਦੇ ਨੇ। ਪਰ ਬਾਬਾ ਥੋੜ੍ਹੀ ਦੇਰ ਲਈ ਰੁਕੇ ਤਾਂ ਸਹੀ। ਕਦਮਾਂ ਨਾਲ ਚੱਲਦੇ ਪਲ ਸੰਭਾਲਣੇ ਵੀ ਤਾਂ ਹੁੰਦੇ ਨੇ। ਕਿੰਨੀ ਦੇਰ ਉਹ ਨਾਲ ਚੱਲਦੇ ਰਹੇ। ਕਿਸੇ ਕੋਲੋਂ ਗੁਜ਼ਰਨ ਦਾ ਪੰਧ ਮੁੱਕ ਨਹੀਂ ਸੀ ਰਿਹਾ। ਕਈ ਵਾਰੀ ਮਰਦਾਨੇ ਨੇ ਧਿਆਨ ਨਾਲ ਵੇਖਿਆ ਵੀ ਕਿ ਕੌਣ ਇਸ ਬਰਾਬਰਤਾ ਨੂੰ ਜਾਰੀ ਰੱਖ ਰਿਹਾ। ਕਿਤੇ ਅੱਗੇ ਚੱਲਦਾ ਉਹ ਘੁਮੰਤਰੂ ਟੋਲਾ ਚਾਲ ਨੂੰ ਨਿਰੰਤਰ ਤਾਂ ਨਹੀਂ ਕਰ ਰਿਹਾ, ਜਾਂ ਫਿਰ ਕਾਫਲੇ ਨੂੰ ਬਾਬੇ ਦੇ ਕਦਮਾਂ ਦੀ ਚਾਲ ਤਾਲਮੇਲ ਕਰ ਰਹੀ ਹੈ। ਇੱਕ ਛੋਟੀ ਜਿਹੀ ਬੱਦਲੀ ਆਰ-ਪਾਰ ਹੁੰਦੀ ਸੂਰਜ ਦੀ ਲਾਲੀ ਧਰਤੀ ਤੱਕ ਉਤਾਰ ਲਿਆਈ। ਮਰਦਾਨੇ ਨੇ ਅੱਗੇ ਨਜ਼ਰ ਮਾਰੀ। ਸਿਰਫ ਬਾਬਾ ਸਾਹਮਣੇ ਚੱਲ ਰਿਹਾ ਸੀ। ਉਹ ਸਭ ਪਿੱਛੇ ਰਹਿ ਗਏ ਸਨ ਜਾਂ ਅੱਗੇ ਲੰਘ ਗਏ ਸਨ। ਕੁਛ ਵੀ ਪਤਾ ਨਹੀਂ ਲੱਗਾ। ਯਾਦਾਂ ਸ਼ਾਇਦ ਭੁਲੇਖੇ ਨਾਲ ਉਹਨਾਂ ਨਾਲ ਹੀ ਚਲੀਆਂ ਗਈਆਂ ਸਨ। ਅਜਿਹੇ ਵੇਲੇ ਕਿਉਂ ਨਾ ਰਬਾਬ ਵਜਾਈ ਜਾਵੇ। ਉਂਝ ਵੀ ਸਵੇਰੇ ਪਿੰਡ ਤੋਂ ਨਿਕਲ ਕੇ ਉਹ ਖੇਤਾਂ 'ਚ ਜਾ ਕੇ ਗਾਉਣ ਲੱਗ ਪਏ ਸਨ। ਜਦੋਂ ਗਾਇਨ ਖਤਮ ਕਰ ਰਬਾਬ ਮੋਢੇ 'ਤੇ ਟੰਗਣ ਲੱਗੇ, ਉਹਨੇ ਪਿੱਛੇ ਵੇਖਿਆ ਤਾਂ ਤਲਵੰਡੀ ਦਿਸਣੋਂ ਹਟ ਗਿਆ ਸੀ। ਪਿੱਠ ਪਿੱਛੇ ਕਿਸੇ ਦੇ ਹੋਣ ਦੀ ਜੋ ਬਿੜਕ ਸੁਣ ਰਹੀ ਸੀ, ਉਹ ਦੂਰੀਆਂ ਨੇ ਕਿਤੇ ਪਿੱਛੇ ਰੋਕ ਲਈ ਸੀ। ਤਾਂ ਹੀ ਉਹ ਤੋਂ ਬਾਅਦ ਯਾਦਾਂ ਨਾਲ ਆ ਰਲੀਆਂ ਸਨ। ਖੱਚਰਾਂ ਦਾ ਇੱਕ ਕਾਫਲਾ ਲੰਘ ਰਿਹਾ ਸੀ। ਗਲਦੀਆਂ ਟੱਲੀਆਂ ਦੀ ਆਵਾਜ਼ ਪਿੱਠ 'ਤੇ ਲੱਦੇ ਭਾਰ ਦੀ ਸਹਿਮਤੀ ਨਾਲ ਖੜਕਦੀ। ਕਿਸ ਦੀ ਪਿੱਠ 'ਤੇ ਕਿੰਨਾ ਭਾਰ ਸੀ, ਇਹ ਟੱਲੀਆਂ ਦੀਆਂ ਆਵਾਜ਼ਾਂ ਤੋਂ ਪਤਾ ਲੱਗਦਾ ਸੀ। ਸਰੀਰ ਉਹ ਤੋਂ ਜ਼ਿਆਦਾ ਹਿੱਲਣ ਦੀ ਇਜਾਜ਼ਤ ਹੀ ਨਹੀਂ ਸੀ ਦੇ ਰਿਹਾ। ਉਹਨਾਂ ਦੇ ਪਿੱਛੇ ਕੁਝ ਲੋਕ ਚੱਲ ਰਹੇ ਸਨ ਜਿਨ੍ਹਾਂ ਨੇ ਮਾਲਕ ਨੂੰ ਦੱਸਣਾ ਸੀ ਕਿ ਉਹ ਕਿਉਂ ਪੂਰਾ ਅਨਾਜ ਨਹੀਂ ਦੇ ਸਕੇ। ਉਹ ਡਰੇ ਹੋਏ ਕਦਮਾਂ ਨਾਲ ਚੱਲਦੇ ਆਪੋ ਆਪਣੀਆਂ ਦਲੀਲਾਂ ਸੋਚਦੇ ਤੁਰ ਰਹੇ ਸਨ। ਕਦੇ-ਕਦੇ ਦਲੀਲ ਗੱਲਾਂ 'ਚ ਉਤਰ ਜਾਂਦੀ। ਜਦ ਅਸੀਂ ਛੋਟੇ ਮਾਲਕ ਨੂੰ ਦੱਸ ਦਿੱਤਾ ਤਾਂ ਸਾਨੂੰ ਵੱਡੇ ਮਾਲਕ ਕੋਲ ਕਿਉਂ ਲਿਜਾ ਰਹੇ ਹੋ? ਉਹ ਵੱਡਾ ਮਾਲਕ ਏ। ਖੱਚਰਾਂ ਦੀਆਂ ਪਿੱਠਾਂ ਵੇਖ ਕੇ ਅਨਾਜ ਦਾ ਅੰਦਾਜ਼ਾ ਲਗਾ ਲੈਂਦਾ। ਮੈਂ ਮਾਲਕ ਦਾ ਲੂਣ ਖਾਧਾ, ਝੂਠ ਕਿਉਂ ਬੋਲਾਂ? ਪਰ ਹਜ਼ੂਰ, ਹੋਰ ਅੰਨ ਤਾਂ ਘਰ 'ਚ ਹੈ ਹੀ ਨਹੀਂ ਸੀ। ਛੱਡ ਦਿਓ ਜ਼ਮੀਨਾਂ। ਮਾਲਕ ਕੋਲ ਕਾਮਿਆਂ ਦੀ ਘਾਟ ਥੋੜ੍ਹਾ ਹੈ। ਅਸੀਂ ਹਰ ਫਸਲ 'ਤੇ ਪੂਰਾ ਅੰਨ ਦਿੰਦੇ ਸੀ, ਪਰ ਇਸ ਵਾਰੀ ਧੁੱਪ ਨਹੀਂ ਨਿਕਲੀ, ਧੁੰਦ ਨੇ ਫਸਲਾਂ 'ਚ ਦਾਣਾ ਹੀ ਨਹੀਂ ਬੈਠਣ ਦਿੱਤਾ। ਮੈਂ ਕੋਈ ਰੱਬ ਹੈ ਜੋ ਦਾਣਾ ਪਾਉਣਾ ਸੀ, ਵੱਡੇ ਮਾਲਕ ਨੂੰ ਦੱਸਣਾ? ਮਹਿਤਾ ਪਟਵਾਰੀ ਕਿਸਾਨਾਂ ਦੀ ਇੱਕ ਨਹੀਂ ਸੀ ਸੁਣ ਰਿਹਾ। ਫਿਰ ਉਹ ਚੁੱਪਚਾਪ ਖੱਚਰਾਂ ਦੇ ਪਿੱਛੇ ਤੁਰਨ ਲੱਗੇ। ਖੱਚਰਾਂ ਆਸਾਨੀ ਨਾਲ ਤੁਰ ਰਹੀਆਂ ਸਨ। ਫਿਰ ਦੂਰ ਉੱਚੀ ਪਹਾੜੀ ਦੀ ਪਗਡੰਡੀ ਉੱਤੇ ਖੱਚਰਾਂ ਦੇ ਛੋਟੇ-ਛੋਟੇ ਆਕਾਰ ਚੜ੍ਹਦੇ ਦਿਸੇ। ਬੰਦਿਆਂ ਦੇ ਤਰਲੇ ਹਾਲੇ ਵੀ ਢਲਾਣਾ ਉੱਪਰੋਂ ਉਤਰਦੇ ਸੁਣ ਰਹੇ ਸਨ। ਟੱਲੀਆਂ ਦੀ ਆਵਾਜ਼ ਸੁਣਨੋਂ ਹਟ ਗਈ ਸੀ। ਸ਼ਾਇਦ ਉਚਾਣ ਨੇ ਭਾਰ ਤੇ ਸਰੀਰ ਦਾ ਸੰਦੇਸ਼ ਟੱਲੀਆਂ ਨੂੰ ਪਹੁੰਚਾ ਦਿੱਤਾ ਸੀ। ਨਾ ਹਿੱਲਣ ਦਾ। ਹਾਲੇ ਅੱਗੇ ਬਹੁਤ ਸਿੱਧੀ ਚੜ੍ਹਾਈ ਦਿਸਦੀ ਸੀ। ਇੱਕ ਪਾਲਕੀ ਅੱਗੇ ਦੋ ਜਣੇ ਪ੍ਰਸ਼ਾਦ ਵੰਡਦੇ ਚੱਲ ਰਹੇ ਸਨ। ਪਾਲਕੀ ਦੇ ਹਰੇ ਪਰਦਿਆਂ 'ਚੋਂ ਕਦੇ-ਕਦੇ ਆਸ਼ੀਰਵਾਦ ਲਈ ਇੱਕ ਮੋਟੀ ਬਾਂਹ ਬਾਹਰ ਨਿਕਲਦੀ। ਜ਼ਿਆਦਾ ਰਾਹੀ ਝੁੱਕ ਕੇ ਸਲਾਮ ਕਰਦੇ ਲੰਘਦੇ। ਪਾਲਕੀ ਦੇ ਨੇੜੇ ਆਉਣ 'ਤੇ ਪਤਾ ਲੱਗਾ ਕਿ ਕੁਝ ਲੋਕ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਚੁੱਪ ਹੋ ਜਾਂਦੇ। ਕਦੇ-ਕਦੇ ਲੋਕਾਂ ਦੀ ਬੁੜਬੁੜ ਵੀ ਸੁਣਦੀ। ਇੱਥੇ ਆ ਕੇ ਮੁਸਲਮਾਨਾਂ ਨੇ ਵੀ ਹਿੰਦੂਆਂ ਤੋਂ ਜਾਤ-ਪਾਤ ਸਿੱਖ ਹੀ ਲਈ ਹੈ। ਇਸ ਵਾਰੀ ਉਹ ਆਵਾਜ਼ ਵੀ ਸੁਣੀ ਜਿਹਨੂੰ ਹੁਣੇ ਕਿਸੇ ਨੇ ਟੋਕਿਆ ਸੀ। ਕਿਹੜਾ ਹੱਥ ਸੁੱਚਾ ਹੈ? ਜਿੱਧਰ ਤੇਰੀ ਨਜ਼ਰ ਸੁੱਚੀ ਏ। ਬਾਬੇ ਦੀ ਆਵਾਜ਼ ਆਈ। ਇਸ ਵਾਰੀ ਪਾਲਕੀ 'ਚੋਂ ਹੱਥ ਦੀ ਜਗ੍ਹਾ ਸਿਰ ਨਿਕਲਿਆ। ਬਾਬਾ ਰੁਕਿਆ ਵੀ ਨਹੀਂ ਸੀ। ਮਰਦਾਨੇ ਨੇ ਵੇਖਿਆ ਸਿਰਫ ਉਹ ਦੋਵੇਂ ਪ੍ਰਸ਼ਾਦ ਲਏ ਬਿਨਾਂ ਲੰਘੇ ਸਨ। ਪਾਲਕੀ ਪਿੱਛੇ ਰੁਕ ਗਈ ਸੀ। ਮਰਦਾਨੇ ਨੇ ਵੇਖਿਆ ਕੋਈ ਪਾਲਕੀ ਤੋਂ ਬਾਹਰ ਨਿਕਲ ਤੁਰੇ ਜਾਂਦੇ ਬਾਬੇ ਵੱਲ ਵੇਖੀ ਜਾ ਰਿਹਾ ਸੀ। ਮਰਦਾਨੇ ਨੇ ਕਈ ਵਾਰ ਪਿੱਛੇ ਮੁੜ ਕੇ ਵੇਖਿਆ। ਅਗਲੇ ਦਿਨਾਂ 'ਚ ਜਦੋਂ ਅਜਿਹੇ ਚਿਹਰੇ ਯਾਦ ਆਉਣਗੇ ਤਾਂ ਉਹਨਾਂ ਦੇ ਨਕਸ਼ ਨਹੀਂ ਉਗੜਨਗੇ। ਆਪਣੇ ਤੇ ਬੜੀ ਖਿਝ ਆਏਗੀ, ਜਿਵੇਂ ਧੁਨ ਯਾਦ ਹੋਵੇ ਪਰ ਰਬਾਬ ਤੇ ਨਾ ਵੱਜ ਰਹੀ ਹੋਵੇ। ਥੋੜ੍ਹੀ ਦੇਰ ਪਹਿਲਾਂ ਜਿਹੜੇ ਪਾਲਤੂ ਕਬੂਤਰ ਅਸਮਾਨ ਤੇ ਉੱਡਦੇ ਦਿਸ ਰਹੇ ਸਨ, ਉਹ ਹੌਲੀ-ਹੌਲੀ ਇੱਕ ਗੜੀ ਉੱਪਰ ਉਤਰਦੇ ਦਿਸੇ। ਅੱਜ ਪੂਰਾ ਦਿਨ ਪਿੰਡ ਛੇਤੀ-ਛੇਤੀ ਆਉਂਦੇ ਰਹੇ। ਜ਼ਿਆਦਾ ਪਿੰਡਾਂ ਦੇ ਉਹ ਵਿਚਕਾਰ ਨਾ ਲੰਘੇ। ਇਸ ਤਰ੍ਹਾਂ ਲੰਘਣ ਨਾਲ ਭੁੱਖ ਬਹੁਤ ਜਲਦੀ ਲੱਗਦੀ ਏ। ਮਰਦਾਨੇ ਨੇ ਕਈ ਵਾਰ ਕਾਸਾ ਬਾਹਰ ਵੀ ਕੱਢਿਆ, ਪਰ ਦੂਜੇ ਪਾਸਿਓਂ ਕੋਈ ਹੁਕਮ ਨਾ ਆਇਆ। ਆਖਰ ਤੀਜੇ ਪਹਿਰ ਦੇ ਸ਼ੁਰੂ 'ਚ ਇੱਕ ਪਿੰਡ ਬਾਹਰੋਂ ਲੰਘਦੇ ਇੱਕ ਆਵਾਜ਼ ਸੁਣੀ, ਫਕੀਰੋ, ਜੇ ਰੋਟੀ ਖਾ ਜਾਂਦੇ ਤਾਂ ਚੰਗਾ ਸੀ। ਪਗਡੰਡੀ ਦੇ ਨਾਲ ਇੱਕ ਪਿਲਕਣ ਥੱਲੇ ਉਹਨਾਂ ਰੱਜ ਕੇ ਦੁਪਹਿਰ ਦੀ ਰੋਟੀ ਖਾਧੀ। ਜੀ ਤਾਂ ਕੀਤਾ ਸੀ ਥੋੜ੍ਹੀ ਪਿੱਠ ਸਿੱਧੀ ਹੋ ਜਾਏ, ਪਰ ਬਾਬਾ ਰੋਟੀ ਖਾ ਕੇ ਤੁਰੰਤ ਉੱਠ ਖੜਿਆ। ਜਿਸ ਪ੍ਰੇਮ ਨਾਲ ਉਸ ਕਿਸਾਨ ਨੇ ਰੋਟੀ ਖਵਾਈ ਸੀ, ਉਹਦੀ ਜਗਿਆਸਾ ਪੁੱਛਣ ਨੂੰ ਕੁਝ ਸਮਾਂ ਲੱਗਣਾ ਸੀ। ਮਰਦਾਨੇ ਨੂੰ ਇਹ ਵੀ ਪੁੱਛਣ ਦਾ ਸਮਾਂ ਨਹੀਂ ਮਿਲਿਆ। ਅਗਲਾ ਪੜਾਅ ਉਹਨਾਂ ਇੱਕ ਖੂਹ ਅੱਗੇ ਕੀਤਾ। ਬਹੁਤ ਸਾਰੇ ਬੰਦੇ ਤੇ ਤੀਵੀਆਂ ਖੂਹ 'ਤੇ ਪਾਣੀ ਭਰ ਰਹੇ ਸਨ। ਜ਼ਿਆਦਾ ਲੋਕ ਗੜੀ ਅੰਦਰ ਪਾਣੀ ਢੋ ਰਹੇ ਸਨ। ਕਾਫੀ ਦੇਰ ਖੜੇ ਰਹਿਣ ਤੋਂ ਬਾਅਦ ਉਹਨਾਂ ਦੀ ਵਾਰੀ ਆਈ ਸੀ।
ਗੜੀ ਇੰਨੀ ਨੇੜੇ ਆ ਗਈ ਸੀ ਕਿ ਉੱਡਦੇ ਕਬੂਤਰ ਦਿਸਣੋਂ ਹਟ ਗਏ। ਕੁਝ ਸਵਾਰ ਘੋੜਿਆਂ ਦੀਆਂ ਲਗਾਮਾਂ ਫੜ ਤਿਆਰ ਬਰ ਤਿਆਰ ਖੜੇ ਸਨ। ਅੰਦਰੋਂ ਕਿਲੇਦਾਰ ਨੇ ਆਉਣਾ ਸੀ। ਉੱਚੀ ਦੀਵਾਰ ਦੀ ਦਰਜ ਚੋਂ ਇੱਕ ਘੋੜਾ ਹਰੀ ਤਿੜ ਖਾਣ ਲਈ ਲਗਾਮ ਖਿੱਚ ਰਿਹਾ ਸੀ। ਘੋੜੇ ਨੇ ਨਾਸਾਂ ਨੇੜੇ ਕੀਤੀਆਂ ਤੇ ਝੱਟ ਮੂੰਹ ਦੂਜੇ ਪਾਸੇ ਫੇਰ ਲਿਆ। ਅੰਦਰ ਕੋਈ ਮੁਸ਼ਕ ਵਾਲੀ ਸ਼ੈ ਸੀ। ਘੋੜਿਆਂ ਤੋਂ ਥੋੜਾ ਦੂਰ ਹੋ ਕੇ ਲੰਘੋ, ਸਵਾਰਾਂ ਚੋਂ ਇੱਕ ਦੀ ਆਵਾਜ਼ ਸੁਣੀ। ਕੋਈ ਨਾ ਭਾਈ, ਅਸੀਂ ਲੰਘ ਜਾਣਾ, ਮਰਦਾਨੇ ਨੇ ਨਿਮਰਤਾ ਨਾਲ ਕਿਹਾ। ਮੇਰਾ ਘੋੜਾ ਫਕੀਰਾਂ ਤੋਂ ਬਹੁਤ ਚੌਂਧਕਦਾ, ਇਹਨੂੰ ਕਿਸੇ ਖਾਨਗਾਹ 'ਚ ਛੱਡਿਆ, ਨਾਲ ਦਾ ਸਵਾਰ ਬੋਲਿਆ। ਜੇ ਖਾਨਗਾਹ 'ਚ ਜ਼ਿਆਦਾ ਘੋੜੇ ਹੋ ਗਏ ਤਾਂ ਔਖੀ ਹੋ ਜੂਗੀ। ਅੱਜ ਕੱਲ੍ਹ ਦੇ ਫਕੀਰ ਕਿਲਿਆਂ ਵੱਲ ਵੇਖਣ ਲੱਗ ਪਏ ਨੇ। ਉਹ ਗੱਲਾਂ ਕਰ ਹੀ ਰਹੇ ਸੀ, ਘੋੜਾ ਫਿਰ ਚੌਂਕਿਆ। ਆ ਜਿਹੜੀ ਮੋਢੇ ਤੇ ਟੰਗੀ ਇਹਨੂੰ ਘੋੜਿਆਂ ਵੱਲ ਨਾ ਕਰ। ਇਸ ਵਾਰੀ ਘੋੜਸਵਾਰ ਦੀ ਆਵਾਜ਼ ਗੁੱਸੇ 'ਚ ਸੀ। ਅੱਗੇ ਛੋਟੇ ਛੋਟੇ ਘਰ ਤੇ ਦੇਹਲੀਆਂ ਅੱਗੇ ਬਜ਼ੁਰਗ ਚਿਹਰੇ ਬੈਠੇ ਸਨ। ਬਹੁਤ ਹੀ ਸ਼ਾਂਤ ਪਿੰਡ ਸੀ। ਸ਼ਾਇਦ ਗੜੀ ਬਹੁਤ ਨੇੜੇ ਸੀ। ਗੜੀ ਵੱਲੋਂ ਆਉਂਦਾ ਹਰ ਚਿਹਰਾ ਸਲਾਮ ਦਾ ਹੱਕਦਾਰ ਸੀ। ਉੱਠਦੇ ਝੁਕਦੇ ਸਲਾਮ ਕਰਦੇ। ਜਦੋਂ ਕੋਲੋਂ ਲੰਘੇ ਉਹ ਆਪਣੀ ਭੁੱਲ ਤੋਂ ਥੋੜਾ ਤਰਬ ਕੇ ਇੱਕ ਲਈ ਸਲਾਮ, ਦੂਜੇ ਲਈ ਨਮਸਕਾਰ ਮਸਾਂ ਪੂਰੀ ਹੁੰਦੀ ਸੀ। ਪਰ ਉਹ ਦੋਵੇਂ ਮੁਸਕਰਾਉਂਦੇ ਕੋਲੋਂ ਲੰਘ ਗਏ। ਗਲੀ ਦੇ ਸਿਰੇ ਤੇ ਜਾ ਕੇ ਬਾਬਾ ਰੁਕ ਗਿਆ। ਬਹੁਤ ਭੀੜੀ ਗਲੀ ਸੀ। ਥੱਲੇ ਵੀ ਕੁਝ ਬੈਠਣ ਲਈ ਨਹੀਂ ਸੀ। ਦੋਵਾਂ ਨੇ ਖੜ ਕੇ ਹੀ ਗਾਇਆ। ਉਹਨਾਂ ਦੇ ਕੋਲ ਕੋਈ ਨਹੀਂ ਆਇਆ। ਉਹ ਆਪੋ ਆਪਣੀਆਂ ਬੂਹਿਆਂ ਅੱਗੇ ਖੜ ਕੇ ਸੁਣਦੇ ਰਹੇ। ਇੱਕ ਸੁਰੀਲੀ ਆਵਾਜ਼ ਬਹੁਤ ਦਿਲ ਦੇ ਨੇੜੇ ਦੀਆਂ ਗੱਲਾਂ ਕਰਦੀ ਰਹੀ। ਕੁਝ ਚਿਰ ਬਾਅਦ ਉਹਨਾਂ ਵੇਖਿਆ ਉਸੇ ਤਰ੍ਹਾਂ ਗਾਉਂਦੇ ਪਿੰਡੋਂ ਬਾਹਰ ਨਿਕਲ ਗਏ। ਪਰ ਉਹਨਾਂ ਦੇ ਬੋਲ ਫਸਲਾਂ ਦੇ ਨਾਵਾਂ ਵਾਂਗ ਹਮੇਸ਼ਾ ਲਈ ਚੇਤੇ ਹੋ ਗਏ। ਹੁਣ ਤੱਕ ਜਿਹੜੀ ਸੂਰਜ ਦੀ ਤਪਸ਼ ਦਿਸੀ ਸੀ, ਜਾਂਦੇ ਜਾਂਦੇ ਸਿਜਦੇ ਵਰਗੀ ਹਲੀਮੀ 'ਚ ਬਦਲ ਗਈ। ਉਹ ਬੱਚੇ ਵਾਂਗ ਝੁਕਦਾ ਗੁਲਾਬੀ ਹੁੰਦਾ ਧਰਤੀ ਨਾਲ ਲੱਗ ਗਿਆ। ਸ਼ਬਦਾਂ ਤੋਂ ਬਿਨਾਂ ਬੋਲਦੀ ਬਨਸਪਤੀ ਦਿਸਣੋਂ ਹਟ ਗਈ। ਇਹ ਸੂਰਜ ਦੇ ਵਿਦਾ ਹੋਣ ਦੀ ਵਡਿਆਈ ਸੀ ਕਿ ਧਰਤੀ ਦੇ ਸਿਰ ਉੱਪਰ ਛੁਪਿਆਂ ਨੂੰ ਦਿਸਣ ਦਾ ਮੌਕਾ ਦਿੱਤਾ। ਤਾਰਿਆਂ ਨਾਲ ਭਰਿਆ ਅੰਬਰ ਦਿਸਣ ਲੱਗਾ। ਉਹ ਦੋ ਪਿੰਡਾਂ ਵਿਚਕਾਰ ਪੱਕੀਆਂ ਫਸਲਾਂ ਤੋਂ ਉੱਚੀ ਦਿਸਦੀ ਇੱਕ ਬੰਜਰ ਟਿੱਬੀ ਉੱਪਰ ਬੈਠ ਗਏ। ਦੋਵੇਂ ਪਿੰਡ ਦੂਰ ਨਹੀਂ ਸਨ। ਰਬਾਬ ਦੀ ਆਵਾਜ਼ ਪਹੁੰਚ ਸਕਦੀ ਸੀ। ਬਾਬਾ ਕਿਸੇ ਪਲੰਗ ਵਾਂਗ ਧਰਤੀ ਤੇ ਚੌਂਕੜੀ ਮਾਰ ਦੇਰ ਤੱਕ ਬੈਠਾ ਰਿਹਾ। ਮਰਦਾਨੇ ਨੂੰ ਅੱਜ ਦੀ ਤੋਰ ਨੇ ਦੱਸ ਦਿੱਤਾ ਸੀ ਕਿ ਜੇ ਉਹ ਬੈਠ ਗਿਆ ਫਿਰ ਮੁੜ ਕੇ ਨਹੀਂ ਉੱਠ ਹੋਣਾ। ਹਾਲੇ ਗਜਾ ਲਈ ਵੀ ਜਾਣਾ ਸੀ। ਕਿਸੇ ਕਿਸੇ ਦਿਨ ਦੀ ਤੋਰ ਤੋਂ ਬਾਅਦ ਥਕਾਵਟ ਇੰਨੀ ਸੰਪੂਰਨ ਹੁੰਦੀ ਹੈ ਕਿ ਸਰੀਰ ਹੋਰ ਕੁਝ ਕਰਨਾ ਮੰਨਦਾ ਹੀ ਨਹੀਂ, ਸਿਰਫ ਨੀਂਦ ਆਉਂਦੀ ਹੈ। ਫਿਰ ਜਦੋਂ ਮਰਦਾਨੇ ਦੀ ਜਾਗ ਖੁੱਲ੍ਹੀ, ਅਸਮਾਨ ਤਾਰਿਆਂ ਨਾਲ ਭਰ ਚੁੱਕਾ ਸੀ। ਕਥਾ ਸੁਣਨ ਆਏ ਲੋਕ ਵਾਪਸ ਗੱਲਾਂ ਕਰਦੇ ਮੁੜ ਰਹੇ ਸਨ। ਬਾਬਾ ਰਬਾਬ ਦੀਆਂ ਤਾਰਾਂ ਨੂੰ ਵਾਪਸ ਸ਼ਾਂਤ ਕਰ ਰਿਹਾ ਸੀ। ਮਰਦਾਨਾ ਚੁੱਪਚਾਪ ਅਸਮਾਨ ਵੱਲ ਵੇਖਦਾ ਰਿਹਾ। ਅੱਜ ਇੱਕ ਪਿੰਡ 'ਚੋਂ ਲੰਘਣ ਲੱਗੇ ਇੱਕ ਅਜੀਬ ਜਿਹੀ ਟਿੱਪਣੀ ਸੁਣੀ ਸੀ। ਇਹ ਸਭ ਆਪਣੇ ਪਰਿਵਾਰਾਂ ਤੋਂ ਮੂੰਹ ਫੇਰ ਕੇ ਆਏ ਨੇ। ਅਚਾਨਕ ਮਰਾਸਣ ਯਾਦ ਆਈ। ਹਾਲੇ ਤਾਂ ਤਲਵੰਡੀ ਸਿਰਫ 2 ਦਿਨ ਪਿੱਛੇ ਸੀ। ਇਹ 2 ਦਿਨ ਦੀ ਦੂਰੀ ਨਾਲ ਇਹ ਵਿਛੋੜੇ ਥੋੜ੍ਹੀ ਪਿੱਛੇ ਮੁੜ ਜਾਣਗੇ। ਇੱਕ ਵਾਰ ਫੇਰ ਭਰੇ ਅਸਮਾਨ ਵੱਲ ਤੱਕਿਆ। ਸ਼ੁਕਰ ਏ ਅਸਮਾਨ ਕਿਤੋਂ ਵੀ ਸੱਖਣਾ ਨਹੀਂ ਲੱਗਦਾ। ਕੋਲ ਪਏ ਕਾਸੇ 'ਚੋਂ ਗਜ਼ਾ ਕੀਤੇ ਭੋਜਨ ਦੀ ਖੁਸ਼ਬੂ ਆਈ। ਅੱਜ ਬਾਬੇ ਨੇ ਕੀਰਤਨ ਤੇ ਗਜ਼ਾ ਆਪ ਹੀ ਕੀਤਾ ਸੀ। ਕਾਂਡ 18ਵਾਂ। ਅੱਜ ਦਾ ਸਫ਼ਰ ਥੋੜਾ ਰੁਕ ਕੇ ਕੀਤਾ। ਕੱਲ ਗਿੱਟੇ 'ਚ ਮੋਚ ਆ ਗਈ ਸੀ। ਬਾਬੇ ਦੇ ਸਿਰ ਉੱਪਰਲੀ ਪੰਡੋਕੜੀ ਦੇ ਝਣਖਣੇ ਕੱਪੜੇ 'ਚੋਂ ਦਿਸਦਾ ਫਰੀਦ ਵੇਖਣ ਲਈ ਬਹੁਤ ਨੇੜੇ ਹੋ ਕੇ ਤੁਰਨਾ ਪੈਂਦਾ। ਖਾਲੀ ਹੱਥ ਤੁਰਦੇ ਮਰਦਾਨੇ ਨੂੰ ਕਈ ਵਾਰ ਖੋਜ ਹੀ ਲੱਗੀ। ਬਾਬੇ ਦੇ ਸਿਰ ਉੱਤੇ ਪੰਡ, ਇੱਕ ਹੱਥ 'ਚ ਰਬਾਬ, ਦੂਜੇ ਹੱਥ ਦੋਵੇਂ ਕਾਸੇ ਸਨ। ਗਿੱਟੇ 'ਚ ਮੋਚੀ ਆਈ ਸੀ। ਘੱਟੋ ਘੱਟ ਰਬਾਬ ਤਾਂ ਫੜ ਲਵਾਂ। ਪਰ ਬਾਬੇ ਦੀ ਝੂਮ ਵੇਖ ਕੇ ਉਹਦੀ ਹਿੰਮਤ ਨਹੀਂ ਪਈ। ਹਾਲੇ ਪਹਿਲੇ ਪਹਿਰ ਦੇ ਕੁਝ ਹੀ ਪਲ ਸ਼ੁਰੂ ਹੋਏ ਸਨ। ਪਾਕਪਟਨ ਤੋਂ ਤੁਰਨ ਵੇਲੇ ਇੰਨਾ ਦਰਦ ਨਹੀਂ ਸੀ। ਹੁਣੇ ਇੱਕ ਰਾਹੀ ਕੋਲੋਂ ਲੰਘਦਾ ਕਹਿ ਕੇ ਗਿਆ ਸੀ, ਜੇ ਫਕੀਰਾ ਜੋੜਾਂ 'ਚ ਦਰਦ ਹੈ ਤਾਂ ਦਰਿਆ ਦੀ ਸਲਾਬ ਤੋਂ ਦੂਰ ਹੋ ਕੇ ਤੁਰ। ਕਦੇ ਕਦੇ ਜਦੋਂ ਪਿੱਛੇ ਰਹਿੰਦਾ ਬਾਬਾ ਆਪਣੀ ਚਾਲ ਧੀਮੀ ਕਰ ਦਿੰਦਾ। ਉਂਝ ਵੀ ਹੁਣ ਦਿਨ ਚੜ੍ਹ ਆਇਆ ਸੀ। ਅੱਗੇ ਤੁਰਦਾ ਬਾਬਾ ਸਾਫ਼ ਦਿਸਣ ਲੱਗ ਪਿਆ ਸੀ। ਕੋਲ ਵਗਦਾ ਸਤਲੁਜ ਦਰਿਆ ਸੀ। ਇੱਕ ਸਰੀਰ ਪਾਣੀ ਦਾ ਦਿਸਦਾ, ਦੂਜਾ ਸਰੀਰ ਵਹਿੰਦਾ ਦਿਸਦਾ, ਤੀਜਾ ਸਰੀਰ ਦਿਸਦਾ ਪਾਰਦਰਸ਼ੀ। ਇੰਨੇ ਸਿਦਕਾਂ ਨੂੰ ਲੈ ਕੇ ਖਵਾਜਾ ਫਿਰ ਵੀ ਨਿਮਰ ਹੋ ਕੇ ਵਹਿ ਰਿਹਾ ਸੀ। ਇਸ ਤਰ੍ਹਾਂ ਹੀ ਅੱਗੇ ਚੱਲਦਾ ਬਾਬਾ ਦਿਸਦਾ ਸੀ। ਸਿਰ ਉੱਤੇ ਚੱਕਿਆ ਫਰੀਦ ਦੇ ਸ਼ਬਦਾਂ ਦਾ ਕੌਲ ਹੋਰ ਵੀ ਪਾਰਦਰਸ਼ੀ ਹੋ ਰਿਹਾ ਸੀ। ਕੱਲ ਇਹੋ ਵੇਲਾ ਸੀ ਜਦੋਂ ਇਬਰਾਹੀਮ ਦਾ ਮੁਰੀਦ ਸ਼ੇਖ ਕਮਾਲ ਉਹਨਾਂ ਤੋਂ ਅੱਗੇ ਚੱਲਦਾ।
ਉਸ ਸ਼ਲੋਕ ਦੇ ਅਰਥ ਬਾਰ-ਬਾਰ ਪੁੱਛ ਰਿਹਾ ਸੀ ਜੋ ਕੁਝ ਦੇਰ ਪਹਿਲਾਂ ਉਹਨਾਂ ਗਾਇਆ ਸੀ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ, ਇੱਕੋ ਕਹੀਐ ਨਾਨਕਾ, ਦੂਜਾ ਕਾਹੇ ਕੋ। ਜਦੋਂ ਮੈਂ ਆਪਣੇ ਮੁਰਸ਼ਦ ਨੂੰ ਦੋਹਾ ਸੁਣਾਇਆ ਤਾਂ ਪੈਂਦੇ ਹੀ ਬੋਲੇ, ਉਹ ਹਿੰਦੂ ਹੈ ਜਾਂ ਮੁਸਲਮਾਨ? ਮੈਂ ਕਿਹਾ, ਮੁਰਸ਼ਦ ਇਹ ਤਾਂ ਮੈਂ ਪੁੱਛਣਾ ਹੀ ਭੁੱਲ ਗਿਆ। ਚੁੱਪ ਹੁੰਦੇ ਸ਼ੇਖ ਕਮਾਲ ਵੱਲ ਮਰਦਾਨਾ ਧਿਆਨ ਨਾਲ ਵੇਖਦਾ ਰਿਹਾ। ਪਤਾ ਨਹੀਂ ਮੇਰੇ ਮੁਰਸ਼ਦ ਨੂੰ ਇਹ ਸਵਾਲ ਬਾਰ-ਬਾਰ ਕਿਉਂ ਪੁੱਛਦੇ ਨੇ। ਸੋਚਦੇ ਮਰਦਾਨੇ ਦਾ ਪੈਰ ਟੋਏ 'ਚ ਜਾ ਪਿਆ ਸੀ। ਡੇਰੇ ਤੱਕ ਪੁੱਜਦਿਆਂ ਗਿੱਟਾ ਸੁੱਜ ਗਿਆ ਸੀ, ਪਰ ਜਗਿਆਸਾ ਨੇ ਦਰਦ ਭੁਲਾਤਾ ਸੀ। ਤਲੰਬੇ ਤੋਂ ਤੁਰਨ ਵੇਲੇ ਬਾਬੇ ਨੇ ਆਪ ਕਿਹਾ ਸੀ, ਮਰਦਾਨੇ ਆਪਾਂ ਪਾਕਪਟਨ ਜਾਣਾ ਹੈ, ਬਾਬਾ ਫਰੀਦ ਦੀ ਮਜ਼ਾਰ 'ਤੇ। ਤਸਬੀਹ ਫੇਰਦੇ ਸ਼ੇਖ ਇਬਰਾਹੀਮ ਨੇ ਬਿੜਕ ਵੱਲ ਨਜ਼ਰ ਚੁੱਕੀ। ਬਾਬੇ ਨੇ ਝੁੱਕ ਕੇ ਸਿਜਦਾ ਕੀਤਾ। ਫਿਰ ਬਾਬਾ ਫਰੀਦ ਦੀ ਕਬਰ ਅੱਗੇ ਚੁੱਪਚਾਪ ਬੈਠ ਗਿਆ। ਮਰਦਾਨੇ ਨੇ ਵੇਖਿਆ ਹੁਣ ਕੁਝ ਜ਼ਰੂਰ ਅਜਿਹਾ ਵਾਪਰੇਗਾ ਜਿਹਨੂੰ ਇੱਕ ਪਲ ਵੇਖਣੋਂ ਨਹੀਂ ਖੁੰਝਣਾ ਚਾਹੀਦਾ। ਸ਼ੇਖ ਕਮਾਲ ਵੀ 2 ਵਾਰ ਇੱਧਰ ਘੁੰਮਿਆ। ਉਹ 2 ਮੁਰਸ਼ਦਾਂ ਨੂੰ ਆਮੋ ਸਾਹਮਣੇ ਵੇਖਣਾ ਚਾਹੁੰਦਾ ਸੀ। ਫਿਰ ਸ਼ੇਖ ਇਬਰਾਹੀਮ ਨੇ ਬਾਬੇ ਫਰੀਦ ਦੇ ਦੋਹੇ ਗਾਉਣੇ ਸ਼ੁਰੂ ਕੀਤੇ। ਉਹਦੇ ਨਾਲ ਸ਼ੇਖ ਕਮਾਲ ਵੀ ਗਾ ਰਿਹਾ ਸੀ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਮਜ਼ਾਰ ਸ਼ਾਂਤ ਹੋ ਗਈ ਸੀ। ਫਿਰ ਮਰਦਾਨੇ ਦੇ ਸਾਈਂ ਦੀ ਰਾਗ ਸੂਈ 'ਚ ਸੁਰੀਲੀ ਆਵਾਜ਼ ਆਈ, ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ, ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ। ਇੱਕ ਪੈਰ ਬਾਅਦ ਸ਼ੇਖ ਇਬਰਾਹੀਮ ਉੱਠ ਕੇ ਸਾਹਮਣੇ ਆਇਆ। ਹੇ ਪੀਰ, ਮੈਨੂੰ ਪਤਾ ਹੈ ਜਿਸ ਅੱਗੇ ਤੂੰ ਬੈਠਾ ਉੱਤੇ ਤੇਰੇ ਸਮਾਨ ਹੈ, ਇੱਕ ਨਜ਼ਰ ਛੋਟਿਆਂ ਵੱਲ ਵੀ ਘੁਮਾ ਲੈ। ਹੇ ਇਬਰਾਹੀਮ, ਜਿਸ ਕੋਲ ਤੂੰ ਰਹਿਣਾ ਹੈ ਉਹਨੂੰ ਕਿਸੇ ਹੋਰ ਦੀ ਜ਼ਰੂਰਤ ਹੈ? ਹੇ ਸਾਈਂ, ਮੇਰੀ ਉਂਗਲ ਫੜ ਫਰੀਦ ਦੇ ਚਰਨਾਂ 'ਚ ਲਾ ਦੇ। ਮੈਂ ਜਾਣ ਲਿਆ ਤੇਰੇ ਕੋਲੋਂ ਮੁਰਸ਼ਦ ਬਹੁਤ ਨੇੜੇ ਪਏਗਾ। ਹਾਲੇ ਵੀ ਆਪਣੇ ਮੁਰਸ਼ਦ ਨੂੰ ਮਨ ਨਾਲ ਵੇਖ ਰਿਹਾ। ਦੂਰੀਆਂ ਤਾਂ ਮਨ ਦੀਆਂ ਹੁੰਦੀਆਂ ਨੇ, ਤੂੰ ਮਿਲਣ ਦੇ ਸਿਜਦੇ 'ਚ ਬੈਠ ਤਾਂ ਸਹੀ। ਸ਼ੇਖ ਇਬਰਾਹੀਮ ਨੇ ਫਿਰ ਬਾਬੇ ਦੇ ਸ਼ਲੋਕ ਪੜ੍ਹਨੇ ਸ਼ੁਰੂ ਕੀਤੇ। ਮਰਦਾਨਾ ਇੱਕ ਪੱਤਰਾ ਉਹਦੇ ਸਾਹਮਣੇ ਰੱਖਦਾ ਗਿਆ। ਮਰਦਾਨੇ ਨੇ ਪਹਿਲੀ ਵਾਰ ਆਪਣੇ ਦੋਵਾਂ ਤੋਂ ਬਿਨਾਂ ਕਿਸੇ ਹੋਰ ਸੁਰੀਲੀ ਆਵਾਜ਼ 'ਚ ਬਾਬੇ ਦੇ ਸ਼ਲੋਕ ਸੁਣੇ। ਵੱਡੇ ਤੜਕੇ ਮਰਦਾਨੇ ਨੇ ਫਰੀਦ ਦੇ ਨਵੇਂ ਸ਼ਲੋਕ ਸੁਰਬੱਧ ਕਰਕੇ ਰਬਾਬ ਵਜਾਈ। ਇੱਕ ਪਾਸੇ ਮੁਰਸ਼ਦ ਤੇ ਮੁਰੀਦ ਸਾਹਮਣੇ ਗੁਰੂ ਦੇ ਚੇਲੇ ਕੋਲੋਂ ਫਰੀਦ ਦੀਆਂ ਰੂਹਾਨੀ ਉਡਾਰੀਆਂ ਸੁਣਦੇ ਰਹੇ। ਹੇ ਪੀਰ, ਸਾਡੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਇਹਨਾਂ ਸਲੋਕਾਂ ਨੂੰ ਪੜ੍ਹਦੀਆਂ ਆ ਰਹੀਆਂ ਨੇ। ਇਸ ਆਵਾਜ਼ 'ਚ ਤਾਂ ਪਹਿਲਾਂ ਫਰੀਦ ਪ੍ਰਗਟ ਹੋ ਗਿਆ। ਉਹਨੇ ਰੁਮਾਲ 'ਚ ਲਪੇਟਿਆ ਕਾਗਜ਼ਾਂ ਦਾ ਇੱਕ ਪਲੰਦਾ ਬਾਬੇ ਅੱਗੇ ਰੱਖ ਦਿੱਤਾ। ਬਾਬੇ ਨੇ ਚੁੱਕ ਕੇ ਸਿਰ ਉੱਤੇ ਰੱਖ ਲਿਆ। 2 ਪਹਿਰ ਬੀਤ ਗਏ ਸਨ। ਬਾਬਾ ਉਹਨੂੰ ਸਿਰ ਉੱਪਰੋਂ ਉਤਾਰ ਹੀ ਨਹੀਂ ਸੀ ਰਿਹਾ। ਇੱਕ ਵਾਰ ਤਾਂ ਮਰਦਾਨੇ ਦਾ ਕਹਿਣ ਨੂੰ ਜੀ ਵੀ ਕੀਤਾ, ਬਾਬਾ ਇਸ ਪੋਟਲੀ 'ਚੋਂ ਕੁਝ ਗਾ ਕੇ ਸੁਣਾਵਾਂ। ਦਰਿਆ ਦੇ ਕੰਢੇ ਤੋਂ ਥੋੜ੍ਹੀ ਦੂਰ ਨਾਥਾਂ ਜੋਗੀਆਂ, ਕੰਨ ਪਾਟੇ ਸਾਧੂਆਂ, ਫਕੀਰਾਂ ਦੀਆਂ ਝੌਂਪੜੀਆਂ ਦਿਸੀਆਂ। ਦਰਿਆ ਦੀ ਸਲਾਬ ਨਾਲ ਰਾਤ ਦੀਆਂ ਧੂਣੀਆਂ ਸੁਲਗ ਰਹੀਆਂ ਸਨ। ਕਈਆਂ ਨੇ ਇਸ਼ਾਰੇ ਨਾਲ ਕੋਲ ਆਉਣ ਲਈ ਸੱਦਿਆ। ਅੱਗਿਓਂ ਬਾਬੇ ਨੇ ਕੀ ਇਸ਼ਾਰੇ ਕੀਤੇ ਉਹਨੂੰ ਨਹੀਂ ਦਿਸੇ। ਉਂਝ ਉਹਨੂੰ ਲੱਗਿਆ ਜਿਵੇਂ ਉਹ ਮੁਸ਼ਕਿਲ ਨਾਲ ਤੁਰ ਰਿਹਾ ਸੀ। ਉਹਨੂੰ ਕੁਝ ਦੇਰ ਰੁਕਣ ਲਈ ਸੱਦ ਰਹੇ ਸਨ। ਹਵਾ ਨਾਲ ਵਹਿ ਕੇ ਆਉਂਦੀਆਂ ਉਹਨਾਂ ਦੀਆਂ ਗੱਲਾਂ ਦੇ ਦੂਜੇ ਕਿਨਾਰੇ ਤੋਂ ਆਉਂਦੇ ਬੋਲ ਆਪਸ 'ਚ ਮਿਲ ਜਾਂਦੇ। ਦੂਜੇ ਕਿਨਾਰੇ ਵੀ ਅਜਿਹੀਆਂ ਹੀ ਝੌਂਪੜੀਆਂ ਦਿਸ ਰਹੀਆਂ ਸਨ। ਸਾਰੀ ਦੁਨੀਆ ਹੀ ਸਾਧ ਹੋ ਗਈ ਹੈ। ਆਮ ਲੋਕਾਂ ਦੀਆਂ ਟਿੱਪਣੀਆਂ ਮਰਦਾਨੇ ਨੂੰ ਕਾਫੀ ਠੀਕ ਲੱਗੀਆਂ। ਰਸਤਾ ਹੁਣ ਆਮ ਲੋਕਾਂ ਨਾਲ ਰੌਣਕੀ ਹੋ ਗਿਆ ਸੀ, ਜਿਨ੍ਹਾਂ 'ਚ ਅੱਧ ਤੋਂ ਜ਼ਿਆਦਾ ਭਗਵੇ ਭੇਸ ਵਾਲੇ ਲੋਕ ਦਿਸ ਰਹੇ ਸਨ। ਦਰਿਆ ਦੇ ਹਰ ਇੱਕ ਚੂਰ ਕਿਨਾਰਿਆਂ 'ਚੋਂ ਪੈੜਾਂ ਨੇ ਆਪਣੀ ਸਖਤ ਪੈੜ ਚਾਲ ਬਣਾਈ ਹੋਈ ਸੀ। ਪਿਛਲੇ ਖੂਹ ਦਾ ਪਾਣੀ ਖਾਰਾ ਸੀ, ਪਿਆਸ ਫੇਰ ਲੱਗ ਗਈ। ਦਰਿਆ ਕੰਢੇ ਖੂਹ ਖਾਰੇ ਮਿਲਦੇ ਨੇ, ਇਹ ਤਾਂ ਕੰਢਾ ਛੱਡਣਾ ਪੈਣਾ। ਕੰਢਾ ਕਿਵੇਂ ਛੱਡੀਏ? ਹਾਲੇ ਤਾਂ ਬੇੜੀ ਨਾਲ ਪਰਲੇ ਕੰਢੇ ਜਾਣਾ ਹੈ। ਚਲੋ ਕੋਈ ਨਹੀਂ, ਹੁਣ ਬੇੜੀ 'ਚ ਬੈਠ ਕੇ ਚੱਲਦੇ ਖਵਾਜੇ ਨੂੰ ਵੀ ਪੀਵਾਂਗੇ। ਬਈ ਹੱਦ ਹੋ ਗਈ, ਚੱਲਦੇ ਦਰਿਆ ਕੋਲ ਵੀ ਖੂਹ ਭਾਲੀ ਜਾਂਦੇ। ਦੋਵੇਂ ਜੋਟੀਦਾਰ ਅਜਨਬੀ ਹੱਸ ਪਏ, ਫਿਰ ਤੇਜ਼ ਤੁਰਦੇ ਅੱਗੇ ਲੰਘ ਗਏ। ਧੰਨਵਾਦ। ਚੱਲਦਾ।